ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਗੁਰਸਿੱਖ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਕਦੇ ਵੀ ਅਰਦਾਸ ਦਾ ਪੱਲਾ ਨਹੀਂ ਛੱਡਣਾ ਚਾਹੀਦਾ। ਅਰਦਾਸ ਇੱਕ ਐਸੀ ਤਾਕਤ ਹੈ ਜਿਸ ਤਾਕਤ ਦਾ ਆਸਰਾ ਲੈ ਕੇ ਕੋਈ ਵੀ ਇਨਸਾਨ ਬੁਲੰਦੀਆਂ ਨੂੰ ਛੂਹ ਸਕਦਾ ਹੈਗਾ। ਜ਼ਿੰਦਗੀ ਦਾ ਅਗਰ ਕੋਈ ਵੀ ਕੰਮ ਕਿਸੇ ਯਤਨ ਦੇ ਨਾਲ, ਕਿਸੇ ਕੋਸ਼ਿਸ਼ ਦੇ ਨਾਲ ਕਦੀ ਵੀ ਨਾ ਹੋਵੇ ਤਾਂ ਉਸ ਕੰਮ ਦੀ ਸਫਲਤਾ ਦੇ ਵਾਸਤੇ ਅਰਦਾਸ ਅਤਿ ਜ਼ਰੂਰੀ ਆ, ਕਿਉਂਕਿ ਅਰਦਾਸ ਹੀ ਇੱਕ ਐਸਾ ਸਾਧਨ ਹੈਗਾ ਜਿਹੜਾ ਇਨਸਾਨ ਦੀ ਅਕਲ ਬੁੱਧੀ ਨੂੰ ਜਾਗਰਤ ਕਰਕੇ ਉਸ ਕੰਮ ਦੀ ਸਫਲਤਾ ਵਿੱਚ ਬਹੁਤ ਚਮਤਕਾਰੀ ਤਰੀਕੇ ਦੇ ਨਾਲ ਆਪਣਾ ਕਾਰਜ ਕਰਦੀ ਹੈ। ਇਸ ਕਰਕੇ ਇਹ ਜ਼ਰੂਰੀ ਆ ਕਿ ਹਰੇਕ ਇਨਸਾਨ, ਚਾਹੇ ਉਹ ਕੋਈ ਵੀ ਹੋਵੇ, ਉਸ ਨੂੰ ਆਪਣੇ ਜੀਵਨ ਦੇ ਵਿੱਚ ਹਮੇਸ਼ਾ ਅਰਦਾਸ ਦੇ ਵਿੱਚ ਆਪਣੇ ਜੀਵਨ ਨੂੰ ਬਿਤਾਉਣਾ ਚਾਹੀਦਾ ਹੈਗਾ, ਕਿਉਂਕਿ ਅਰਦਾਸ ਜਿਹੜੀ ਇਨਸਾਨ ਨੂੰ ਨਿਮਾਣਾ ਬਣਾਉਂਦੀ ਆ, ਵਾਹਿਗੁਰੂ ਦੇ ਗੁਣਾਂ ਦਾ ਧਾਰਨੀ ਬਣਾਉਂਦੀ ਹੈ, ਸ਼ਰਧਾਵਾਨ ਬਣਾਉਂਦੀ ਆ। ਅਤੇ ਲੇਕਿਨ ਅਰਦਾਸ ਤੋਂ ਬਗੈਰ ਇਨਸਾਨ ਦੇ ਅੰਦਰ ਹਉਮੈ ਹਮੇਸ਼ਾ ਜਿਹੜੀ ਆ ਆਪਣਾ ਬੋਲਬਾਲਾ ਕਾਇਮ ਕਰ ਜਾਂਦੀ ਆ। ਅਤੇ ਜਿਸ ਆਦਮੀ ਦੇ ਅੰਦਰ ਹਉਮੈ ਹੰਕਾਰ ਵਾ, ਉਸ ਦੀ ਫਿਰ ਕੀਤੀ ਹੋਈ ਅਰਦਾਸ ਬੇਨਤੀ ਉਹ ਹਮੇਸ਼ਾ ਬੇਮੌਸਮੀ ਹੁੰਦੀ ਆ। ਜਿਵੇਂ ਕੋਈ ਵੀ ਫਲ ਬੇਮੌਸਮ ਦੇ ਵਿੱਚ ਨਹੀਂ ਲੱਗਦਾ, ਪਰ ਜਦ ਮੌਸਮ ਹੋਵੇ ਫਿਰ ਫਲ ਨੂੰ ਕਹਿਣ ਦੀ ਜ਼ਰੂਰਤ ਨਹੀਂ, ਫਲ ਆਪਣੇ ਆਪ ਹੀ ਲੱਗਣ ਲੱਗ ਪੈਂਦੇ ਆ। ਇਸੇ ਤਰ੍ਹਾਂ ਜਿਨ੍ਹਾਂ ਇਨਸਾਨਾਂ ਦੇ ਅੰਦਰ ਰੱਬੀ ਗੁਣ, ਦੈਵੀ ਗੁਣ ਅੰਦਰ ਪ੍ਰਧਾਨ ਹੋਣ, ਉਹਨਾਂ ਦੀ ਕੀਤੀ ਅਰਦਾਸ ਹਰ ਮੌਸਮ ਦੇ ਵਿੱਚ ਕਾਮਯਾਬ ਦੀਆਂ ਸਿਖਰਾਂ ਨੂੰ ਛੂੰਹਦੀ ਆ। ਪਰ ਅਸਲ ਦੇ ਵਿੱਚ ਗੱਲ ਇਹ ਹੈਗੀ ਆ ਕਿ ਅਰਦਾਸ ਹਮੇਸ਼ਾ ਨਿਰਮਾਣ ਹੋ ਕੇ ਕਰਨੀ ਚਾਹੀਦੀ ਆ। ਉਹ ਵਿਅਕਤੀ ਜਿਹੜਾ 24 ਘੰਟੇ ਅੱਠੇ ਪੈਰ ਪਰਮੇਸ਼ਰ ਦੀ ਸ਼ਰਨ ਵਿੱਚ ਰਹਿੰਦਾ, ਉਹਨੂੰ ਹਾਜ਼ਰ ਨਾਜ਼ਰ ਕਰਕੇ ਜਾਣਦਾ ਹੈਗਾ ਅਤੇ ਵਾਹਿਗੁਰੂ ਦੀ ਕੀਰਤੀ ਨੂੰ ਸਲਾਹੁੰਦਾ ਹੈਗਾ। ਉਹਦੀ ਜੋ ਅਨੰਤ ਸ੍ਰਿਸ਼ਟੀ ਹੈਗੀ ਆ, ਉਸ ਸ੍ਰਿਸ਼ਟੀ ਦੇ ਜੋ ਵੀ ਉਹਦੇ ਵਿੱਚ ਰਹੇ ਕਾਰਨਾਮਾ ਨੂੰ ਹਮੇਸ਼ਾ ਸਤ ਕਰਕੇ ਮੰਨਦਾ, ਫਿਰ ਉਸ ਇਨਸਾਨ ਦੀ ਕੀਤੀ ਹੋਈ ਅਰਦਾਸ ਵਾਹਿਗੁਰੂ ਦੇ ਦਰ 'ਤੇ ਮਨਜ਼ੂਰ ਹੋ ਜਾਂਦੀ ਆ। ਸੋ ਭਗਤਾਂ ਨੇ ਵੀ ਆਪਣੀ ਬਹੁਤ ਗਹਿਰੀ ਸ਼ਰਧਾ ਭਾਵਨਾ ਦੇ ਨਾਲ ਜਦ ਕਿਸੇ ਵੀ ਮੌਕੇ ਦੇ ਉੱਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰ 'ਤੇ ਅਰਦਾਸ ਕੀਤੀ ਆ, ਅਤੇ ਉਹਨਾਂ ਦੀ ਭਾਵਨਾ ਨੂੰ ਉਸੇ ਟਾਈਮ ਪ੍ਰਤੱਖ ਫਲ ਲੱਗਾ ਹੈਗਾ। ਸੋ ਅਰਦਾਸ ਦਾ ਮਤਲਬ ਸਮਝਣ ਵਾਸਤੇ ਜ਼ਰੂਰੀ ਆ ਕਿ ਸਾਡੇ ਪਾਸ ਹਮੇਸ਼ਾ ਜਿਹੜਾ ਹੈ ਨਾ ਨਾਮ ਧਨ ਦਾ ਖਜ਼ਾਨਾ ਭਰਪੂਰ ਰਹਿਣਾ ਚਾਹੀਦਾ ਹੈ। ਜਿਹੜੇ ਗੁਰਸਿੱਖ ਪਿਆਰੇ ਵਾਹਿਗੁਰੂ ਦੇ ਨਾਮ ਦੀ ਕਮਾਈ ਕਰਦੇ ਆ, ਮਿਹਨਤ ਮੁਸ਼ੱਕਰ ਕਰਦੇ ਆ, ਆਪਣੇ ਜੀਵਨ ਦੇ ਵਿੱਚ ਵਾਹਿਗੁਰੂ ਦੇ ਜਿਹੜੇ ਨਾਮ ਰੂਪੀ ਗੁਣ ਹੈਗੇ ਉਹਨਾਂ ਨੂੰ ਧਾਰਨ ਕਰਦੇ ਆ, ਪਰਮੇਸ਼ਰ ਦਾ ਨਾਮ 24 ਘੰਟੇ ਅੱਠੇ ਪੈਰ ਆਪਣੀ ਰਸਨਾ 'ਤੇ ਰੱਖਦੇ ਆ, ਅਤੇ ਉਹਨਾਂ ਦੀ ਕੀਤੀ ਹੋਈ ਹਰੇਕ ਗੱਲ ਵਾਹਿਗੁਰੂ ਪਹਿਲ ਦੇ ਆਧਾਰ 'ਤੇ ਸੁਣਦਾ ਹੈਗਾ। ਪਰ ਜਿਹੜੇ ਗੁਰਸਿੱਖ ਪਿਆਰਿਆਂ ਦੇ ਅੰਦਰ ਨਾਮ ਦੀ ਕਣੀ ਅਜੇ ਜਾਗਰਤ ਨਹੀਂ ਹੋਈ, ਨਾਮ ਦਾ ਬੀਜ ਨਹੀਂ ਬੀਜਿਆ ਗਿਆ, ਲੇਕਿਨ ਜਿਹੜੇ ਇਨਸਾਨ ਆਪਣੀ ਚੁਸਤ ਚਲਾਕੀ, ਚਤਰ ਅਤੇ ਚਤੁਰਾਈਆਂ ਦੇ ਨਾਲ ਉਸ ਅਕਾਲ ਪੁਰਖ ਪਰਮੇਸ਼ਰ ਨੂੰ ਪਾਉਣਾ ਚਾਹੁੰਦੇ ਆ, ਉਹਨਾਂ ਦੇ ਕੀਤੇ ਹੋਏ ਯਤਨ ਕਦੀ ਸਫਲ ਨਹੀਂ ਹੁੰਦੇ, ਉਹਨਾਂ ਨੂੰ ਜ਼ਿੰਦਗੀ ਵਿੱਚ ਕਦੀ ਸਫਲਤਾ ਪ੍ਰਾਪਤ ਨਹੀਂ ਹੁੰਦੀ। ਕਿਉਂ? ਗੁਰਬਾਣੀ ਦਾ ਫਰਮਾਨ ਸਹਿ ਸਿਆਣਪਾ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ। ਉਹਦੀ ਕੀਤੀ ਹੋਈ ਅਰਦਾਸ ਦੀ ਇੱਕ ਵੀ ਅੱਖਰ ਦੀ ਜਿਹੜੀ ਕੀਮਤ ਆ ਉਹ ਪਰਮੇਸ਼ਰ ਦੇ ਦਰ ਦੇ ਉੱਤੇ ਕਬੂਲ ਨਹੀਂ ਹੁੰਦੀ। ਪਰ ਗੁਰਮੁਖ ਪਿਆਰੇ, ਗੁਰਬਾਣੀ ਕਹਿੰਦੀ ਆ ਕਿ ਜੋ ਜੋ ਚਿਤਵੇ ਸਾਧ ਜਨ ਸੋ ਲੇਤਾ ਮਨ, ਕਿ ਜਿਹੜੇ ਮਨ ਦੇ ਵਿੱਚ ਕੋਈ ਫੁਰਨਾ ਬਣਾ ਕੇ ਵੀ ਪਰਮੇਸ਼ਰ ਦੇ ਅੱਗੇ ਰੱਖ ਦਿੰਦੇ ਆ, ਉਹਨਾਂ ਦਾ ਇੱਕ ਇੱਕ ਫੁਰਨਾ ਪਰਮੇਸ਼ਰ ਪਹਿਲ ਦੇ ਆਧਾਰ 'ਤੇ ਪੂਰਾ ਕਰਦਾ ਹੈਗਾ। ਜਿਵੇਂ ਕਿ ਇੱਕ ਵਾਰ ਇੱਕ ਬਹੁਤ ਹੀ ਉੱਚ ਕੋਟੀ ਦੇ ਸੰਤ ਬਾਬਾ ਗੁਰਮੁਖ ਸਿੰਘ ਜੀ ਪਟਿਆਲੇ ਵਾਲੇ, ਇਹ ਇੱਕ ਵਾਰ ਆਪਣੇ ਜੀਵਨ ਦੇ ਵਿੱਚ ਕੈਨੇਡਾ ਗਏ। ਇਹਨਾਂ ਨੇ ਉੱਥੇ ਦੀ ਇੱਕ ਘਟਨਾ ਨੂੰ ਬੜੇ ਖੂਬਸੂਰਤ ਢੰਗ ਨਾਲ ਵਰਣਨ ਕੀਤਾ। ਉਹਨਾਂ ਨੇ ਦੱਸਿਆ ਕਿ ਜਦੋਂ ਅਸੀਂ ਕੈਨੇਡਾ ਸਿੱਖੀ ਦਾ ਪ੍ਰਚਾਰ ਕਰ ਰਹੇ ਸੀ, ਇੱਕ ਸਿੱਖ ਬੀਬੀ ਨੇ ਸਾਨੂੰ ਬੇਨਤੀ ਕੀਤੀ ਕਿ ਤੁਸੀਂ ਸਾਡੇ ਘਰ ਆ ਕੇ ਪ੍ਰਸ਼ਾਦਾ ਛਕ ਲਓ। ਕਹਿੰਦੇ ਅਸੀਂ ਉਹਨੂੰ ਹਾਂ ਕਰ ਦਿੱਤੀ। ਜਦ ਉਹਦੇ ਘਰ ਅਸੀਂ ਗਏ ਅਤੇ ਅਸੀਂ ਪ੍ਰਸ਼ਾਦਾ ਛਕਿਆ, ਅਤੇ ਜਿਵੇਂ ਜੋ ਆਮ ਗੁਰਸਿੱਖਾਂ ਦੇ ਵਿੱਚ ਇਹ ਕੁਦਰਤੀ ਭਾਵਨਾ ਹੁੰਦੀ ਹੈ ਕਿ ਜਿਸ ਘਰ ਦਾ ਪ੍ਰਸ਼ਾਦਾ ਛਕ ਲਈਏ, ਉਸ ਘਰ ਦੀ ਭਲਾਈ ਦੇ ਵਾਸਤੇ, ਉਸ ਘਰ ਦੀ ਚੜ੍ਹਦੀ ਕਲਾ ਦੇ ਵਾਸਤੇ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਕਰੀਏ। ਸੋ ਕਹਿੰਦੇ ਅਸੀਂ ਵੀ ਜਦੋਂ ਪ੍ਰਸ਼ਾਦਾ ਛਕ ਕੇ ਅਰਦਾਸ ਕਰਨ ਲੱਗੇ, ਅਤੇ ਕਹਿੰਦੇ ਉਹ ਜਿਹੜੀ ਬੀਬੀ ਸੀ ਉਹ ਕਹਿੰਦੀ ਸਾਨੂੰ ਕਹਿਣ ਲੱਗੀ, ਕਹਿੰਦੀ ਮਹਾਂਪੁਰਖੋ ਥੋੜ੍ਹਾ ਰੁਕੋ ਰੁਕੋ ਰੁਕੋ। ਕਹਿੰਦੇ ਅਸੀਂ ਹੈਰਾਨ ਹੋ ਗਏ। ਅਸੀਂ ਕਿਹਾ ਬੀਬਾ ਕੀ ਗੱਲ ਆ? ਕਹਿੰਦੀ ਜਿਸ ਚੀਜ਼ ਦੀ ਅਰਦਾਸ ਕਰਨੀ ਉਹ ਮੈਂ ਤੁਹਾਨੂੰ ਲਿਖ ਕੇ ਦਿੰਦੀ ਹਾਂ ਕਿ ਤੁਸੀਂ ਅਰਦਾਸ ਵਿੱਚ ਕੀ ਕੀ ਬੋਲਣਾ ਹੈਗਾ, ਜੋ ਜੋ ਮੇਰੀ ਮੰਗ ਹੋਈ ਤੁਸੀਂ ਉਸੇ ਅਰਦਾਸ 'ਚ ਬੋਲਣੀ ਆ। ਕਹਿੰਦੇ ਇਹ ਗੱਲ ਸੁਣ ਕੇ ਅਸੀਂ ਚੁੱਪ ਕਰ ਗਏ, ਅਤੇ ਅਸੀਂ ਕਿਹਾ ਚੱਲ ਠੀਕ ਹੈ ਬੀਬਾ, ਜੋ ਤੇਰੀ ਮੰਗ ਹੈਗੀ ਹੈ ਤੂੰ ਸਾਨੂੰ ਕਾਗਜ਼ 'ਤੇ ਲਿਖ ਦੇ। ਪਰ ਕਹਿੰਦੇ ਅਸੀਂ ਹੈਰਾਨ ਹੋਏ, ਉਸ ਬੀਬੀ ਨੇ ਇੱਕ ਬਹੁਤ ਵੱਡੀ ਲਿਸਟ ਜਿਹੜੀ ਸੀਗੀ ਉਹ ਲਿਖ ਕੇ ਰੱਖੀ ਸੀ,
ਤੇ ਉਹਦੇ ਵਿੱਚ ਨੰਬਰ ਪਾਏ ਸੀ 1 ਨੰਬਰ 2 ਨੰਬਰ 3 ਨੰਬਰ। ਜਿਵੇਂ 1 ਨੰਬਰ 'ਚ ਉਹਨੇ ਲਿਖਿਆ ਸੀਗਾ ਕਿ ਮੇਰਾ ਘਰ ਵਾਲਾ ਡਰਿੰਕ ਕਰਦਾ, ਸ਼ਰਾਬ ਪੀਂਦਾ, ਉਹ ਡਰਿੰਕ ਨਾ ਕਰੇ। ਮੇਰੇ ਜਿਹੜੇ ਬੱਚੇ ਲੜਕੇ ਆ ਉਹ ਕਹਿਣੇ ਵਿੱਚ ਨਹੀਂ ਆ, ਉਹ ਕਹਿਣੇ ਵਿੱਚ ਆ ਜਾਣ। ਮੇਰੀ ਜਿਹੜੀ ਲੜਕੀ ਆ ਉਹ ਚੰਗੇ ਨੰਬਰਾਂ 'ਤੇ ਪਾਸ ਹੋ ਜਾਵੇ। ਮੇਰੇ ਜਿਹੜੇ ਆਂਢੀ ਗੁਆਂਢੀ ਆ ਉਹ ਸਾਡੇ ਨਾਲ ਹੇਟ ਕਰਦੇ, ਨਫ਼ਰਤ ਕਰਦੇ ਆ, ਉਹ ਸਾਡੇ ਨਾਲ ਨਾ ਕਰਨ। ਮੇਰਾ ਇੱਕ ਕੰਮ ਫਸਿਆ ਹੋਇਆ ਹੈਗਾ, ਉਹ ਕੰਮ ਅਗਰ ਮੇਰਾ ਪੂਰਾ ਹੋ ਜਾਵੇ ਤੇ ਇਹ ਵੀ ਬੜਾ ਜ਼ਰੂਰੀ ਆ। ਮੇਰੀ ਪਿੰਡ ਕਿਸੇ ਦੇ ਨਾਲ ਥੋੜ੍ਹੀ ਪੈਸਿਆਂ ਦੀ ਲੈਣ ਦੇਣ ਆ, ਉਹ ਵੀ ਜ਼ਰੂਰੀ ਆ। ਸਾਡੇ ਘਰ ਦੇ ਵਿੱਚ ਕੋਈ ਪ੍ਰੇਤ ਬਾਧਾ ਹੈਗੀ ਆ, ਇਹ ਵੀ ਜਿਹੜੀ ਹੱਲ ਹੋ ਜਾਵੇ। ਇਸ ਤਰ੍ਹਾਂ ਕਰਦੇ ਕਰਦੇ ਉਹਨੇ ਨੰਬਰ ਵਾਈਜ਼ ਬੜੇ ਜਿਹੜੀਆਂ ਸੀਗੀਆਂ ਉਹ ਗੱਲਾਂ ਉਸ ਕਾਗਜ਼ 'ਤੇ ਲਿਖੀਆਂ ਸੀਗੀਆਂ। ਕਹਿੰਦੇ ਜਦੋਂ ਅਸੀਂ ਲਿਸਟ ਦੇਖੀ ਤੇ ਮਹਾਂਪੁਰਖ ਕਹਿਣ ਲੱਗੇ ਕਿ ਅਸੀਂ ਹੈਰਾਨ ਵੀ ਹੋਏ ਕਿ ਜ਼ਿੰਦਗੀ 'ਚ ਪਹਿਲੀ ਵਾਰ ਐਸਾ ਹੋਇਆ ਕਿ ਜਦੋਂ ਕਿਸੇ ਘਰ 'ਚ ਅਰਦਾਸ ਕਰੀਏ ਤੇ ਉਸ ਅਰਦਾਸ ਦੇ ਵਿੱਚ ਉਹਨਾਂ ਦੀ ਲਿਸਟ ਦੀ ਸੂਚੀ ਇੰਨੀ ਲੰਬੀ ਆ ਕਿ ਆਦਮੀ ਜਿਹੜਾ ਹੈਗਾ ਉਹ ਪੜ੍ਹਦਾ ਹੀ ਥੱਕ ਜਾਵੇਗਾ। ਕਹਿੰਦੇ ਜਦੋਂ ਉਹਨੇ ਸਾਨੂੰ ਲਿਸਟ ਫੜਾਈ ਤੇ ਫਿਰ ਮਹਾਂਪੁਰਖ ਕਹਿਣ ਲੱਗੇ ਕਿ ਅਸੀਂ ਉਸ ਨੂੰ ਕਿਹਾ, ਬੀਬਾ ਦੇਖ, ਇਹ ਲਿਸਟ ਤੇਰੀ ਜਿਹੜੀ ਹੈਗੀ ਆ ਉਹ ਉਸ ਚੈੱਕ ਦੇ ਸਮਾਨ ਹੈਗਾ ਜਿਸ ਆਦਮੀ ਦੇ ਬੈਂਕ ਦੇ ਬੈਲੈਂਸ ਦੇ ਵਿੱਚ ਜਿਹੜਾ ਕੋਈ ਪੈਸਾ ਨਾ ਹੋਵੇ, ਪਰ ਇੱਕ ਬਹੁਤ ਵੱਡਾ ਜੋ ਚੈੱਕ ਦਾ ਅਮਾਊਂਟ ਹੈਗਾ ਉਹ ਉਹਦੇ ਉੱਤੇ ਭਰ ਦੇਵੇ, ਪਰ ਉਹ ਚੈੱਕ ਕਦੀ ਬੈਂਕ 'ਚ ਪਾਸ ਨਹੀਂ ਹੋ ਸਕਦਾ। ਕਿਉਂ? ਕਿਉਂਕਿ ਉਹਦੀ ਬੈਂਕ ਦੇ ਵਿੱਚ ਉਹਦੇ ਅਕਾਊਂਟ ਦੇ ਵਿੱਚ ਕੋਈ ਪੈਸਾ ਹੀ ਨਹੀਂ ਆ। ਜਦ ਉਹਦੇ ਜਮ੍ਹਾਂ ਅਕਾਊਂਟ 'ਚ ਕੋਈ ਪੈਸਾ ਨਾ ਹੋਵੇ ਫਿਰ ਉਹਦਾ ਚੈੱਕ ਬੈਂਕ ਕਿਵੇਂ ਪਾਸ ਕਰ ਲਵੇਗੀ। ਇਸੇ ਕਰਕੇ ਮਹਾਂਪੁਰਖਾਂ ਨੇ ਉਹਨਾਂ ਨੂੰ ਆਖਿਆ ਸੀ, ਕਹਿੰਦੇ ਬੀਬਾ ਦੇਖ, ਤੇਰੇ ਪਾਸ ਨਾਮ ਧਨ ਦੀ ਕੋਈ ਕਮਾਈ ਨਹੀਂ ਆ, ਤੈਂ ਆਪਣੇ ਜੀਵਨ ਦੇ ਵਿੱਚ ਕਦੀ ਵੀ ਨਾਮ ਸਿਮਰਨ ਨਹੀਂ ਕੀਤਾ, ਕਦੀ ਕੋਈ ਸੇਵਾ ਨਹੀਂ ਕੀਤੀ ਗੁਰੂ ਘਰ ਜਾ ਕੇ। ਤੇਰੀ ਜਦ ਕੋਈ ਕਮਾਈ ਨਹੀਂ ਤਾਂ ਤੇਰੀ ਕਮਾਈ ਦਾ ਫਿਰ ਚੈੱਕ ਜਿਹੜਾ ਹੈਗਾ ਇਹ ਵਾਹਿਗੁਰੂ ਦੇ ਦਰ 'ਤੇ ਕਦੀ ਕਬੂਲ ਨਹੀਂ ਹੋਵੇਗਾ। ਜਦ ਕਹਿੰਦੇ ਇਹ ਗੱਲ ਹੋਈ ਤਾਂ ਬੀਬੀ ਬੜੀ ਹੈਰਾਨ ਹੋਈ। ਕਹਿੰਦੀ ਉਹ ਕਹਿਣ ਲੱਗੀ, ਅੱਛਾ ਫਿਰ ਮੈਨੂੰ ਇਹ ਦੱਸੋ ਕਿ ਮੇਰੀ ਅਰਦਾਸ ਦੀਆਂ ਜਿੰਨੀਆਂ ਵੀ ਜਿਹੜੀਆਂ ਖਾਸ਼ਾਂ ਹੈਗੀਆਂ, ਲੋੜਾਂ ਹੈਗੀਆਂ, ਕਿਵੇਂ ਪੂਰੀਆਂ ਹੋਣਗੀਆਂ। ਕਹਿੰਦੇ ਫਿਰ ਅਸੀਂ ਉਹਨੂੰ ਦੱਸਿਆ ਸੀਗਾ ਕਿ ਅਗਰ ਤੂੰ ਆਪਣੀ ਵਾਹਿਗੁਰੂ ਦੇ ਦਰ 'ਤੇ ਅਰਦਾਸ ਮਨਜ਼ੂਰ ਕਰਾਉਣੀ ਆ ਤਾਂ ਫਿਰ ਭਾਈ ਤੈਨੂੰ ਨਾਮ ਦੀ ਕਮਾਈ ਕਰਨੀ ਪਊਗੀ। ਫਿਰ ਉਹਨੇ ਦੱਸਿਆ ਸੀਗਾ ਕਿ ਮੈਂ ਕਿਵੇਂ ਨਾਮ ਦੀ ਕਮਾਈ ਕਰਾਂ। ਫਿਰ ਮਹਾਂਪੁਰਖਾਂ ਨੇ ਦੱਸਿਆ ਸੀਗਾ ਕਿ ਤੂੰ ਇਸ ਤਰ੍ਹਾਂ ਕਰਿਆ ਕਰ, ਮੂਲ ਮੰਤਰ ਦਾ ਪਾਠ ਕਰਿਆ ਕਰ। ਜਿੰਨੀਆਂ ਵੱਧ ਤੋਂ ਵੱਧ ਮਾਲਾ ਮੂਲ ਮੰਤਰ ਦੀਆਂ ਜ਼ਿੰਦਗੀ 'ਚ ਕਰੂੰਗੀ ਤੇ ਇਹ ਜਿਹੜਾ ਨਾਮ ਧਨ ਇਕੱਠਾ ਹੋ ਕੇ ਇੱਕ ਦਿਨ ਫਲ ਰੂਪ ਧਾਰ ਕੇ ਤੇਰੇ ਸਾਰੇ ਕਾਰਜ ਸਵਾਰ ਦੇਵੇਗਾ। ਫਿਰ ਕਹਿੰਦੇ ਬਸ ਜਦੋਂ ਅਸੀਂ ਇਹ ਦੱਸਿਆ ਸੀਗਾ ਤੇ ਫਿਰ ਉਸ ਬੀਬੀ ਨੇ ਜਿਹੜਾ ਮੂਲ ਮੰਤਰ ਦਾ ਪਾਠ ਸੀਗਾ ਉਹ ਆਪਣੇ ਜੀਵਨ ਦੇ ਵਿੱਚ ਜਪਣਾ ਸ਼ੁਰੂ ਕਰ ਦਿੱਤਾ। ਮਹਾਂਪੁਰਖ ਕਹਿੰਦੇ ਅਸੀਂ ਤਾਂ ਆਪਣੇ ਘਰ ਜਿਹੜੇ ਸੀ ਪੰਜਾਬ 'ਚ ਪਟਿਆਲੇ ਹੈਗਾ, ਪਰ ਕਾਫੀ ਸਮਾਂ ਬੀਤਣ ਦੇ ਬਾਅਦ ਜਦੋਂ ਤਕਰੀਬਨ 12 ਸਾਲ ਦਾ ਸਮਾਂ ਬੀਤਿਆ, ਉਸ ਬੀਬੀ ਦਾ ਅਚਨਚੇਤ ਇੱਕ ਦਿਨ ਸਾਨੂੰ ਫੋਨ ਆਇਆ। ਜਦ ਫੋਨ ਆਇਆ ਤਾਂ ਕਹਿੰਦੇ ਉਸ ਫੋਨ ਦੇ ਵਿੱਚ ਸੇਵਕ ਨੇ ਚੱਕਿਆ ਤਾਂ ਬੀਬੀ ਅੱਗੇ ਬੋਲ ਰਹੀ ਸੀ ਕਿ ਅਸੀਂ ਹੈ ਨਾ ਮਹਾਂਪੁਰਖਾਂ ਨੂੰ ਮਿਲਣਾ ਹੈ। ਫਿਰ ਬਾਬਾ ਜੀ ਨੂੰ ਸੇਵਕ ਕਹਿਣ ਲੱਗੇ ਕਿ ਆਪ ਨੂੰ ਕਿ ਕੈਨੇਡਾ ਤੋਂ ਕਿਸੇ ਬੀਬੀ ਦੀ ਕਾਲ ਆਈ ਆ। ਜਦ ਮਹਾਂਪੁਰਖਾਂ ਨੇ ਉਹ ਫੋਨ ਹੱਥ 'ਚ ਫੜਿਆ, ਜਦੋਂ ਬੀਬੀ ਬੋਲ ਰਹੀ ਸੀ ਤਾਂ ਫਿਰ ਉਸਨੇ ਬਾਬਾ ਜੀ ਨੂੰ ਆਖਿਆ ਸੀ, ਕੀ ਤੁਸੀਂ ਮੈਨੂੰ ਪਛਾਣਿਆ? ਬਾਬਾ ਜੀ ਨੇ ਕਿਹਾ, ਹਾਂ ਮੈਂ ਆਵਾਜ਼ ਤੋਂ ਪਛਾਣ ਲਿਆ। ਉਹ ਬੀਬੀ ਕਹਿਣ ਲੱਗੀ ਕਿ ਮੈਂ ਉਹੀ ਬੀਬੀ ਹਾਂ ਜਿਸ ਨੂੰ ਤੁਸੀਂ ਕਿਸੇ ਸਮੇਂ ਸਾਡੇ ਘਰ ਪ੍ਰਸ਼ਾਦਾ ਛਕਣ ਦੇ ਸਮੇਂ ਮੂਲ ਮੰਤਰ ਦਾ ਪਾਠ ਕਰਨ ਲਈ ਪ੍ਰੇਰਨਾ ਕਰ ਗਏ ਸੀ। ਫਿਰ ਉਹ ਬੀਬੀ ਦੱਸਦੀ ਆ ਕਿ ਮੈਂ ਉਦੋਂ ਦਾ ਮੂਲ ਮੰਤਰ ਕਰਦੀ ਹਾਂ। ਹੁਣ ਤਕਰੀਬਨ 12 ਸਾਲ ਹੋ ਗਏ। 12 ਸਾਲ ਦੇ ਵਿੱਚ ਮੂਲ ਮੰਤਰ ਦੀ ਕਮਾਈ ਦੀ ਐਸੀ ਚਮਤਕਾਰ ਮੇਰੇ ਜੀਵਨ ਦੇ ਵਿੱਚ ਕ੍ਰਾਂਤੀ ਆਈ ਆ ਕਿ ਮੇਰੀ ਜ਼ਿੰਦਗੀ ਦੇ ਸਾਰੇ ਕੰਮ ਜਿਹੜੇ ਉਹ ਰਾਸ ਹੋ ਗਏ ਆ। ਕੋਈ ਐਸਾ ਕੰਮ ਨਹੀਂ ਆ ਜਿਸ ਕੰਮ ਦੇ ਵਿੱਚ ਕੋਈ ਵੀ ਕਮੀ ਹੋਵੇ। ਅੱਜ ਕਹਿੰਦੇ ਬਹੁਤ ਸਾਰੇ ਜਿਹੜੇ ਦੂਸਰੇ ਗੁਰਸਿੱਖ ਹੈਗੇ ਆ ਉਹ ਮੇਰੇ ਪਾਸ ਆਉਂਦੇ ਆ ਅਤੇ ਮੈਂ ਉਹਨਾਂ ਨੂੰ ਇਹੀ ਗੱਲ ਆਖਦੀ ਹਾਂ ਕਿ ਭਾਈ ਤੁਸੀਂ ਆਪਣੇ ਜੀਵਨ ਦੇ ਵਿੱਚ ਨਾਮ ਧਨ ਦੀ ਕਮਾਈ ਕਰੋ। ਜਦੋਂ ਤਾਂ ਤੁਸੀਂ ਨਾਮ ਧਨ ਦੀ ਕਮਾਈ ਕਰੋਗੇ ਤਾਂ ਤੁਹਾਨੂੰ ਆਪਣੇ ਜੀਵਨ ਦੇ ਜਿੰਨੇ ਵੀ ਸਾਰੇ ਸਵਾਲ ਵਾ ਉਹਨਾਂ ਦਾ ਜਵਾਬ ਤੁਹਾਨੂੰ ਆਪਣੇ ਆਪ ਹੀ ਪ੍ਰਾਪਤ ਹੋ ਜਾਊਗਾ। ਸੋ ਇਹ ਹੈ ਨਾਮ ਧਨ ਦੀ ਕਮਾਈ ਦੀ ਕੀਤੀ ਹੋਈ ਅਰਦਾਸ। ਉਹ ਜਿਹੜੀ ਵਕਤੀ ਹੁੰਦੀ ਆ, ਜੋ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਆ, ਉਸ ਨੂੰ ਤਾਂ ਫਲ ਜ਼ਰੂਰ ਲੱਗੂਗਾ, ਪਰ ਜ਼ਰੂਰੀ ਆ ਕਿ ਅੰਦਰ ਪ੍ਰਾਣੀ ਦੇ ਪਰਮੇਸ਼ਰ ਦੀ ਕਮਾਈ ਦਾ ਨਾਮ ਧਨ ਦਾ ਖਜ਼ਾਨਾ ਮੌਜੂਦ ਹੋਵੇ। ਜਦੋਂ ਨਾਮ ਧਨ ਦਾ ਅਥਾਹ ਖਜ਼ਾਨਾ ਅੰਦਰ ਭਰਪੂਰ ਹੋਊਗਾ ਫਿਰ ਕੋਈ ਵੀ ਐਸਾ ਕਾਰਜ ਨਹੀਂ ਆ ਜਿਹੜਾ ਵਾਹਿਗੁਰੂ ਪਹਿਲ ਦੇ ਆਧਾਰ 'ਤੇ ਪੂਰਾ ਨਾ ਕਰੇ। ਜਿਵੇਂ ਕਿ ਇੱਕ ਵਾਰ ਦੀ ਘਟਨਾ ਹੈਗੀ ਆ ਕਿ ਇੱਕ ਇੰਡੀਅਨ ਆਰਮੀ ਦੀ ਟੁਕੜੀ ਜਿਹੜੀ ਜੰਮੂ ਕਸ਼ਮੀਰ ਦੇ ਵਿੱਚ ਉੱਚੀਆਂ ਪਹਾੜਾਂ ਦੇ ਉੱਤੇ ਆਪਣੀ ਡਿਊਟੀ ਕਰਦੀ ਸੀ। ਜਦੋਂ ਇੱਕ ਦਿਨ ਸ਼ਾਮ ਨੂੰ ਆਪਣੀ ਡਿਊਟੀ ਕਰਕੇ ਵਾਪਸ ਆ ਰਹੀ ਸੀ, ਅਚਨਚੇਤ ਅਸਮਾਨ ਦੇ ਵਿੱਚ ਬਹੁਤ ਸਾਰੀ ਗੜਬੜ ਹੋ ਗਈ। ਗੜਬੜ ਇਹ ਹੋ ਗਈ ਕਿ ਬਹੁਤ ਸਾਰੇ ਬੱਦਲ ਹੋ ਗਏ, ਤੂਫਾਨ ਦਾ ਸੰਕੇਤ ਹੋ ਗਿਆ, ਬਰਫ਼ ਡਿੱਗਣ ਦੇ ਚਾਂਸ ਬਣ ਗਏ। ਇਹ ਦੇਖ ਕੇ ਜਿਹੜਾ ਮੇਨ ਕਮਾਂਡਰ ਸੀਗਾ
ਉਸਨੇ ਆਪਣੇ ਜਵਾਨਾਂ ਨੂੰ ਕਿਹਾ ਕਿ ਲੱਗਦਾ ਆਪਾਂ ਤੂਫਾਨ ਵਿੱਚ ਘਿਰ ਜਾਵਾਂਗੇ, ਅਤੇ ਅਗਰ ਕੋਈ ਇਸ ਟਾਈਮ ਆਪਾਂ ਨੂੰ ਸਹਾਰਾ ਕੋਈ ਨਾ ਮਿਲਿਆ ਤਾਂ ਫਿਰ ਜ਼ਰੂਰੀ ਹੈ ਕਿ ਬਹੁਤ ਸਾਰੇ ਜਵਾਨਾਂ ਦੀਆਂ ਜਿਹੜੀਆਂ ਜਾਨਾਂ ਹੈਗੀਆਂ ਉਹਨਾਂ ਨੂੰ ਖਤਰਾ ਹੋ ਸਕਦਾ ਹੈਗਾ। ਇਹ ਸੋਚ ਕੇ ਉਸ ਕਮਾਂਡਰ ਨੇ ਅਤੇ ਬਾਕੀ ਜਵਾਨਾਂ ਨੇ ਪਰਮੇਸ਼ਰ ਦੇ ਅੱਗੇ ਅਰਦਾਸ ਕੀਤੀ ਕਿ ਵਾਹਿਗੁਰੂ, ਹੇ ਮੇਰੇ ਭਗਵਾਨ, ਕਿਰਪਾ ਕਰਕੇ ਸਾਨੂੰ ਕੋਈ ਐਸੀ ਜਗ੍ਹਾ ਬਖਸ਼ ਦੇ, ਕੋਈ ਐਸਾ ਟਿਕਾਣਾ ਦੇ ਦੇਵੇ ਜਿਹਦੇ ਟਿਕਾਣੇ ਦੀ ਓਟ ਆਸਰਾ ਲੈ ਕੇ ਅਸੀਂ ਇਸ ਭਿਅੰਕਰ ਤੂਫਾਨ ਤੋਂ ਬਚ ਸਕੀਏ। ਫਿਰ ਦੱਸਦੇ ਆ ਕਿ ਉਹ ਜਵਾਨ ਜਦ ਕਿਸੇ ਟਿਕਾਣੇ ਦੀ ਤਲਾਸ਼ ਵਿੱਚ ਨਿਕਲੇ, ਉਹਨਾਂ ਨੇ ਕੀ ਦੇਖਿਆ ਕਿ ਜਿਸ ਰਸਤੇ ਥਾਣੀ ਉੱਥੇ ਆਏ ਸੀ ਉੱਥੇ ਇੱਕ ਛੋਟਾ ਜਿਹਾ ਕਮਰਾ ਸੀਗਾ, ਪਰ ਉਸ ਕਮਰੇ ਨੂੰ ਨਾ ਜਿੰਦਾ ਲੱਗਾ ਹੋਇਆ ਸੀਗਾ। ਫਿਰ ਕਮਾਂਡਰ ਨੇ ਦੇਖਿਆ ਕਿ ਇੱਥੇ ਇੱਕ ਦੁਕਾਨ ਹੈਗੀ ਆ, ਜੇ ਇਸ ਦੁਕਾਨਦਾਰ ਦਾ ਜਿਹੜਾ ਮਾਲਕ ਹੈਗਾ ਉਹ ਦੁਕਾਨ ਨੂੰ ਜਿੰਦਾ ਮਾਰ ਕੇ ਆਪਣੇ ਘਰ ਚਲੇ ਗਿਆ ਹੈਗਾ। ਖੈਰ ਜਿਹੜੇ ਨਾਲ ਦੇ ਜਵਾਨ ਸੀ ਉਹਨਾਂ ਕਮਾਂਡਰ ਨੂੰ ਪੁੱਛਿਆ ਕਿ ਜੇ ਤੁਸੀਂ ਕਹੋ ਤਾਂ ਅਸੀਂ ਇਹ ਜਿੰਦਾ ਤੋੜ ਕੇ ਅੰਦਰ ਜਾ ਕੇ ਆਸਰਾ ਲੈ ਸਕਦੇ। ਫਿਰ ਕਮਾਂਡਰ ਨੇ ਹੁਕਮ ਦਿੱਤਾ, ਠੀਕ ਹੈ ਕਿ ਤੁਸੀਂ ਇਹ ਤਾਲਾ ਤੋੜ ਦਿਓ। ਜਦ ਉਹ ਤਾਲਾ ਤੋੜਿਆ ਗਿਆ ਅਤੇ ਅੰਦਰ ਸਾਰੇ ਜਵਾਨ ਚਲੇ ਗਏ। ਹਜੇ ਅੰਦਰ ਜਵਾਨ ਜਾ ਕੇ ਬੈਠੇ ਆ ਕਿ ਤੂਫਾਨ ਨੇ ਪੂਰਾ ਜ਼ੋਰ ਫੜ ਲਿਆ। ਉਹਨਾਂ ਜਵਾਨਾਂ ਨੇ ਅੰਦਰੋਂ ਉਸ ਦੁਕਾਨ ਦੀ ਕੁੰਡੀ ਲਾ ਲਈ, ਕੁੰਡੀ ਲਾ ਕੇ ਅੰਦਰ ਬੈਠ ਗਏ। ਜਦ ਬੈਠੇ ਆ ਅਤੇ ਉੱਥੇ ਥੋੜ੍ਹਾ ਬਹੁਤਾ ਦੁਕਾਨ ਦਾ ਸਮਾਨ ਵੀ ਪਿਆ ਸੀਗਾ, ਔਰ ਖ਼ਾਸ ਕਰਕੇ ਚਾਹ ਬਣਾਉਣ ਦਾ ਜਿਹੜਾ ਸਮਾਨ ਸੀਗਾ ਉਸ ਦੁਕਾਨ ਦੇ ਅੰਦਰ ਜਿਹੜਾ ਸੀਗਾ ਉਸੇ ਤਰ੍ਹਾਂ ਪਿਆ ਸੀਗਾ। ਸੋ ਕਮਾਂਡਰ ਦੇ ਕਹੇ 'ਤੇ ਜਵਾਨਾਂ ਨੇ ਜਿਹੜਾ ਸੀਗਾ ਉਹ ਟਿਕਾਣੇ ਦੇ ਵਿੱਚ ਨਾਲੇ ਤਾਂ ਉੱਥੇ ਦੀਆਂ ਜਿੰਨੀਆਂ ਵੀ ਥੋੜ੍ਹੀ ਬਹੁੜੀਆਂ ਵਸਤੂਆਂ ਸੀਗੀਆਂ ਉਹਦਾ ਸੇਵਨ ਕੀਤਾ, ਅਤੇ ਬਾਕੀ ਉੱਥੇ ਜਿਹੜੀ ਚਾਹ ਬਣਾਉਣ ਦੀ ਜਿੰਨੀ ਵੀ ਸਮੱਗਰੀ ਪਈ ਸੀ ਉਹਦੇ ਨਾਲ ਠੰਡ ਤੋਂ ਬਚਣ ਵਾਸਤੇ ਚਾਹ ਬਣਾ ਪੀਤੀ। ਇਸ ਤਰ੍ਹਾਂ 2-3 ਦਿਨ ਜਿਹੜੇ ਜਵਾਨ ਸੀਗੇ ਤੂਫਾਨ ਤੋਂ ਬਚਾਉਂਦੇ ਉਸੇ ਦੁਕਾਨ ਦੇ ਅੰਦਰ ਰਹੇ, ਅਤੇ ਜਿਹਦੇ ਕਰਕੇ ਉਹ ਐਡਾ ਵੱਡਾ ਤੂਫਾਨ ਤੋਂ ਜਿਹੜੇ ਸੀਗੇ ਉਹ ਆਪਣੇ ਆਪ ਨੂੰ ਬਚਾ ਸਕੇ। ਪਰ ਜਦੋਂ ਉਹ ਤੂਫਾਨ ਜਿਹੜਾ ਸੀ ਹੌਲੀ ਹੌਲੀ ਠੰਡਾ ਹੋ ਗਿਆ, ਘੱਟ ਹੋ ਗਿਆ, ਮੌਸਮ ਪੱਧਰਾ ਹੋ ਗਿਆ, ਫਿਰ ਉਹ ਜਵਾਨਾਂ ਨੇ ਦੇਖਿਆ ਹੈਗਾ ਕਿ ਇੱਕ ਆਹ ਛੋਟੀ ਜਿਹੀ ਦੁਕਾਨ ਦੇ ਆਸਰੇ ਦੇ ਨਾਲ ਸਾਡੇ ਸਾਰੇ ਜਵਾਨਾਂ ਦੀ ਜ਼ਿੰਦਗੀ ਜਿਹੜੀ ਆ ਉਹ ਖਤਰੇ ਤੋਂ ਬਾਹਰ ਹੋ ਗਈ ਆ। ਇਸ ਕਰਕੇ ਜਿਹੜਾ ਕਮਾਂਡਰ ਸੀ ਉਹਨੇ ਮਨ 'ਚ ਸੋਚਿਆ ਵੀ ਜਿਸ ਵੀ ਆਦਮੀ ਦੀ ਇਹ ਦੁਕਾਨ ਹੈਗੀ ਆ ਅਤੇ ਉਸ ਦੁਕਾਨ ਦਾ ਅਸੀਂ ਓਟ ਆਸਰਾ ਲਿਆ ਹੈਗਾ, ਅਤੇ ਉਹਦੇ ਵਿੱਚ ਜੋ ਵੀ ਦੁਕਾਨਦਾਰ ਦਾ ਸਮਾਨ ਹੈਗਾ ਉਹ ਅਸੀਂ ਆਪ ਵੀ ਛਕਿਆ ਹੈਗਾ ਅਤੇ ਆਪਣੇ ਜੀਵਨ ਨੂੰ ਸੇਫ ਰੱਖ ਸਕੇ ਹਾਂ। ਅਤੇ ਇਸ ਕਰਕੇ ਇਸ ਦੁਕਾਨਦਾਰੇ ਦਾ ਜੋ ਵੀ ਸਮਾਨ ਹੈਗਾ ਉਸ ਦਾ ਜੋ ਵੀ ਖਰਚਾ ਸਾਨੂੰ ਦੇਣਾ ਚਾਹੀਦਾ। ਇਹ ਸੋਚ ਕੇ ਉਹਨਾਂ ਜਵਾਨਾਂ ਨੇ ਜਿਹੜੀ ਸੀ ਆਪਸ ਵਿੱਚ ਸਲਾਹ ਕਰਕੇ ਉਸ ਦੁਕਾਨਦਾਰ ਦੇ ਗੱਲੇ ਦੇ ਵਿੱਚ 10,000 ਰੁਪਈਆ ਪਾ ਤਾ, ਜਾਂ 10,000 ਰੁਪਈਆ ਪਾ ਤਾ, ਅਤੇ ਪਾ ਕੇ ਉਹ ਜਵਾਨ ਫਿਰ ਉੱਥੋਂ ਚਲੇ ਗਏ। ਦੇਖੋ ਸਮਾਂ ਆਇਆ, ਜਿਸ ਆਦਮੀ ਦੀ ਉਹ ਦੁਕਾਨ ਸੀ ਉਹਨੇ ਆ ਕੇ ਆਪਣੀ ਦੁਕਾਨ ਖੋਲ੍ਹੀ। ਜਦ ਖੋਲ੍ਹੀ ਤਾਂ ਉਹਨੇ ਕੀ ਦੇਖਿਆ ਕਿ ਉਹਦਾ ਤਾਲਾ ਟੁੱਟਾ ਪਿਆ ਹੈਗਾ, ਅਤੇ ਜਦ ਅੰਦਰ ਦੇਖਿਆ ਅਤੇ ਹੈਰਾਨ ਹੋ ਗਿਆ ਕਿ ਉਹ ਜਿਹੜਾ ਗੱਲਾ ਸੀਗਾ ਪੈਸੇ ਵਾਲਾ ਉਸ ਗੱਲੇ ਦੇ ਵਿੱਚ 10,000 ਰੁਪਈਆ ਪਿਆ ਸੀ। ਫਿਰ ਦੇਖੋ ਉਸੇ ਦੁਕਾਨਦਾਰ ਨੇ ਉਸ ਮਾਲਕ ਪਰਮੇਸ਼ਰ ਖੁਦਾ ਅੱਲਾ ਦਾ ਸ਼ੁਕਰ ਕੀਤਾ। ਜਦ ਅੱਲਾ ਦਾ ਸ਼ੁਕਰ ਕੀਤਾ ਅਤੇ ਉਹ ਦੁਕਾਨ ਮੁੜ ਕੇ ਫੇਰ ਚਾਲੂ ਕਰ ਦਿੱਤੀ। ਫਿਰ ਸਮਾਂ ਬਣਿਆ, ਉਹ ਟੁਕੜੀ ਇੱਕ ਵਾਰੀ ਫਿਰ ਉੱਥੋਂ ਦੀ ਲੰਘੀ। ਜਦ ਲੰਘੀ ਉਸ ਦੁਕਾਨ ਦੇ ਮੂਹਰੋਂ ਦੀ, ਉਹ ਜਿਹੜਾ ਕਮਾਂਡਰ ਸੀਗਾ ਨਾਲ ਦੇ ਜਵਾਨ ਸੀਗੇ ਉਹਨਾਂ ਨੂੰ ਉਹ ਤੂਫਾਨ ਵਾਲੀ ਘਟਨਾ ਯਾਦ ਆ ਗਈ, ਅਤੇ ਉਹਨਾਂ ਨੇ ਕੀ ਕੀਤਾ ਕਿ ਚਲੋ ਇੱਥੇ ਕੁਛ ਚਿਰ ਰੁਕ ਕੇ ਜੋ ਪੁਰਾਣੀ ਯਾਦ ਹੈਗੀ ਉਹਨੂੰ ਤਾਜ਼ਾ ਕਰਦੇ ਹਾਂ। ਉਹਨਾਂ ਨੇ ਫਿਰ ਦੁਕਾਨ ਦੇ ਮਾਲਕ ਦੇ ਨੂੰ ਇਹ ਆਖਿਆ ਕਿ ਸਾਨੂੰ ਜਿੰਨੇ ਵੀ ਜਵਾਨ ਹੈਗੇ ਸਾਰਿਆਂ ਨੂੰ ਚਾਹ ਪਿਲਾਓ। ਫਿਰ ਦੇਖੋ ਉਸ ਦੁਕਾਨ ਦੇ ਮਾਲਕ ਨੇ ਸਾਰੇ ਜਵਾਨਾਂ ਲਈ ਚਾਹ ਬਣਾਈ। ਜਦ ਚਾਹ ਦਾ ਕੱਲਾ ਕੱਪ ਫੜਾਉਣ ਲੱਗਾ ਅਤੇ ਹਰੇਕ ਕੱਪ ਦੇ ਨਾਲ ਇਹੋ ਹੀ ਆਖਿਆ ਕਰੇ, ਵਾਹ ਖੁਦਾ, ਵਾਹ ਖੁਦਾ, ਵਾਹ ਖੁਦਾ। ਯਾਰ ਇਹ ਗੱਲ ਹੋਈ ਆ, ਅਤੇ ਉਹ ਸਾਰੇ ਜਵਾਨ ਉਹਦੇ ਵੱਲ ਦੇਖਣ। ਫਿਰ ਕਮਾਂਡਰ ਨੇ ਉਹਨੂੰ ਪੁੱਛ ਲਿਆ ਕਿ ਤੁਸੀਂ ਹਰੇਕ ਛੋਟੀ ਗੱਲ ਦੇ ਨਾਲ ਵਾਹ ਖੁਦਾ, ਵਾਹ ਖੁਦਾ, ਵਾਹ ਖੁਦਾ ਜੋ ਕਹਿੰਦੇ ਆ, ਕੀ ਤੁਸੀਂ ਕਦੇ ਖੁਦਾ ਨੂੰ, ਉਸ ਅੱਲਾ ਅਕਾਲ ਪੁਰਖ ਪਰਮੇਸ਼ਰ ਨੂੰ ਕਦੀ ਦੇਖਿਆ ਹੈ? ਫਿਰ ਉਹ ਦੁਕਾਨ ਵਾਲਾ ਕਹਿਣ ਲੱਗਾ, ਜੀ ਹਾਂ, ਮੈਂ ਝੂਠ ਨਹੀਂ ਬੋਲਦਾ, ਮੈਂ ਅੱਖੀਂ ਦੇਖਿਆ। ਜਦ ਇੰਨੀ ਗੱਲ ਹੋਈ ਤਾਂ ਉਹ ਜਿਹੜੇ ਜਵਾਨ ਸੀਗੇ ਅਤੇ ਨਾਲ ਕਮਾਂਡਰ ਸੀਗਾ ਸਾਰੇ ਬੜੇ ਹੈਰਾਨ ਹੋਏ। ਉਹਨਾਂ ਨੇ ਫਿਰ ਉਸ ਨੂੰ ਪੁੱਛਿਆ ਕਿ ਤੁਸੀਂ ਦੱਸੋ ਕਿ ਖੁਦਾ ਕਿਸ ਤਰ੍ਹਾਂ ਦਾ ਸੀਗਾ? ਫਿਰ ਉਹਨੇ ਦੱਸਿਆ, ਕਹਿੰਦੇ ਵੀ ਮੈਂ ਤੁਹਾਨੂੰ ਦੱਸਦਾ ਆਪਣੀ ਜੀਵਨ ਦੀ ਘਟਨਾ। ਕਹਿੰਦੇ ਦੇਖੋ ਆਹ ਮੇਰੀ ਦੁਕਾਨ ਹੈਗੀ ਆ, ਇਸ ਦੁਕਾਨ ਦੇ ਮੂਹਰੇ ਦੀ ਜਿਹੜੀ ਜਵਾਨਾਂ ਦੀਆਂ ਟੁਕੜੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਅਤੇ ਇਸੇ ਹੀ ਦੁਕਾਨ 'ਤੇ ਉੱਤੇ ਜਦ ਸਮਾਂ ਹੁੰਦਾ ਮੈਂ ਬਹਿੰਦਾ, ਜਦ ਸਮਾਂ ਹੁੰਦਾ ਮੇਰਾ ਲੜਕਾ ਬਹਿੰਦਾ। ਇੱਕ ਵਾਰੀ ਕਹਿੰਦੇ ਕੋਈ ਅੱਤਵਾਦੀ ਜਿਹੜੇ ਆ ਗਏ ਅਤੇ ਮੇਰੇ ਲੜਕੇ ਨੂੰ ਦੁਕਾਨ ਤੋਂ ਜਬਰੀ ਚੱਕ ਕੇ ਆਪਣੇ ਟਿਕਾਣੇ 'ਤੇ ਲੈ ਗਏ। ਉਹਨਾਂ ਨੇ ਕਹਿੰਦੇ ਮੇਰੇ ਲੜਕੇ ਨੂੰ ਬਹੁਤ ਬੁਰੀ ਤਰ੍ਹਾਂ ਮਾਰਿਆ, ਇੰਨਾ ਕਹਿੰਦੇ ਕੁੱਟਿਆ। ਤਾਂ ਉਹਨੂੰ ਇਹੀ ਗੱਲ ਪੁੱਛੀ ਕਿ ਜਿੰਨੇ ਵੀ ਜਵਾਨਾਂ ਦੀਆਂ ਟੁਕੜੀਆਂ ਇੱਥੋਂ ਜਾਂਦੀਆਂ ਤੂੰ ਉਹਦੇ ਬਾਰੇ ਸਾਨੂੰ ਕੋਈ ਵੀ ਜਾਣਕਾਰੀ ਦੇ। ਪਰ ਕਹਿੰਦੇ ਮੇਰਾ ਲੜਕਾ ਜਿਹੜਾ ਸਗੋਂ ਇਹੀ ਆਖਦਾ ਰਿਹਾ ਕਿ ਮੈਂ ਤਾਂ ਇੱਕ ਸਧਾਰਨ ਦੁਕਾਨਦਾਰ ਹੈਗੇ ਹਾਂ, ਜਵਾਨ ਆਉਂਦੇ ਮੇਰੀ ਦੁਕਾਨ 'ਤੇ ਕਦੇ ਚਾਹ ਪਾਣੀ ਪੀ ਜਾਂਦੇ, ਜਿਹਦੇ ਨਾਲ ਸਾਡੇ ਘਰ ਦਾ ਗੁਜ਼ਾਰਾ ਚੱਲਦਾ ਰਹਿੰਦਾ ਹੈ।
ਪਰ ਫੌਜ ਦੀ ਜੋ ਵੀ ਕੋਈ ਵੀ ਜਾਣਕਾਰੀ ਹੋਵੇ ਉਹਦੇ ਬਾਰੇ ਮੈਂ ਕਿਵੇਂ ਦੱਸ ਸਕਦਾ ਹਾਂ, ਮੈਂ ਤਾਂ ਇੱਕ ਸਧਾਰਨ ਆਦਮੀ ਹਾਂ। ਫਿਰ ਕਹਿੰਦੇ ਉਹਨਾਂ ਅੱਤਵਾਦੀਆਂ ਨੇ ਮੇਰੇ ਲੜਕੇ ਨੂੰ ਕੁੱਟ-ਕੁੱਟ ਕੇ ਜਦ ਦੇਖਿਆ ਕਿ ਇਸ ਨੂੰ ਕਿਸੇ ਵੀ ਗੱਲ ਦਾ ਕੋਈ ਪਤਾ ਨਹੀਂ, ਅਖੀਰ ਕਹਿੰਦੇ ਉਹਨਾਂ ਨੇ ਮੇਰੇ ਲੜਕੇ ਨੂੰ ਜਿਹੜਾ ਸੀਗਾ ਛੱਡ ਦਿੱਤਾ। ਪਰ ਜਦੋਂ ਕਹਿੰਦੇ ਸਾਨੂੰ ਪਤਾ ਲੱਗਾ ਹੈਗਾ ਤੇ ਅਸੀਂ ਆਪਣੇ ਲੜਕੇ ਨੂੰ ਹੌਸਪੀਟਲ ਲੈ ਕੇ ਗਏ। ਫਿਰ ਡਾਕਟਰ ਕਹਿਣ ਲੱਗੇ ਕਿ ਇਸ ਨੂੰ ਇੰਨੀ ਬੁਰੀ ਤਰ੍ਹਾਂ ਅੱਤਵਾਦੀਆਂ ਨੇ ਕੁੱਟਿਆ ਹੈਗਾ ਕਿ ਇਹਦੇ ਇਲਾਜ ਦੇ ਵਾਸਤੇ ਸ਼ੀਘਰ ਹੀ 10,000 ਰੁਪਈਆ ਚਾਹੀਦਾ ਹੈਗਾ ਤੇ ਤਾਂ ਇਸ ਦਾ ਇਲਾਜ ਜਿਹੜਾ ਹੋ ਸਕਦਾ। ਕਹਿੰਦੇ ਜਦ ਇਹ ਗੱਲ ਹੋਈ ਸੀ, ਉਹ ਸੱਜਣ ਜਿਹੜੇ ਦੁਕਾਨ ਦੇ ਮਾਲਕ ਸੀਗੇ ਉਹ ਮੁਸਲਮਾਨ ਸੱਜਣ ਸੀਗੇ। ਤਾਂ ਫਿਰ ਉਹ ਮੁਸਲਮਾਨ ਸੱਜਣ ਕਹਿਣ ਲੱਗੇ ਕਿ ਮੈਂ ਖੁਦਾ ਦੇ ਅੱਗੇ ਬੇਨਤੀ ਕੀਤੀ ਕਿ ਮੇਰਾ ਤਾਂ ਰੋਜ਼ ਦੀ ਰੋਜ਼ ਜਿੰਨਾ ਵੀ ਥੋੜ੍ਹਾ ਬਹੁਤਾ ਜਿਹੜਾ ਦੁਕਾਨ ਤੋਂ ਜੋ ਸਮਾਨ ਵਿਕਦਾ ਹੈਗਾ ਉਹਦੇ ਨਾਲ ਘਰ ਦਾ ਗੁਜ਼ਾਰਾ ਹੁੰਦਾ, ਮੈਂ 10,000 ਰੁਪਈਆ ਕਿਵੇਂ ਲੈ ਕੇ ਆਵਾਂ। ਇਸੇ ਕਹਿੰਦੇ ਸੋਚ ਫਿਕਰ ਦੇ ਵਿੱਚ ਮੈਂ ਉਸ ਅੱਲਾ ਦੇ ਅੱਗੇ ਬੇਨਤੀ ਕਰਦਾ ਦੁਕਾਨ 'ਤੇ ਪਹੁੰਚਿਆ ਅਤੇ ਮੈਂ ਕੀ ਦੇਖਿਆ, ਦੁਕਾਨ ਦਾ ਜਿਹੜਾ ਤਾਲਾ ਟੁੱਟਾ ਪਿਆ ਸੀਗਾ। ਮੈਂ ਹੈਰਾਨ ਹੋ ਗਿਆ ਕਿ ਇੱਕ ਤਾਂ ਮੇਰਾ ਲੜਕਾ ਹੌਸਪੀਟਲ ਵਾ, ਦੂਸਰਾ ਇਸ ਤਰ੍ਹਾਂ ਲੱਗਦਾ ਵੀ ਕਿ ਜਿਵੇਂ ਕਿਸੇ ਸੱਜਣ ਨੇ ਦੁਕਾਨ ਦੇ ਵਿੱਚ ਚੋਰੀ ਕਰਕੇ ਤਾਲਾ ਤੋੜ ਦਿੱਤਾ ਹੋਵੇ। ਪਰ ਜਦ ਮੈਂ ਅੰਦਰ ਗਿਆ ਮੈਂ ਕੀ ਦੇਖਿਆ ਕਿ ਚਾਹ ਦਾ ਸਮਾਨ ਸਾਰਾ ਗਾਇਬ ਸੀਗਾ। ਜੋ ਥੋੜ੍ਹਾ ਬਹੁਤਾ ਮੈਂ ਦੁਕਾਨ 'ਤੇ ਵੇਚਣ ਵਾਸਤੇ ਬਿਸਕੁਟ ਜਾਂ ਹੋਰ ਸਮਾਨ ਬਣਾਇਆ ਸੀਗਾ ਉਹ ਵੀ ਸਭ ਗਾਇਬ ਸੀਗਾ। ਪਰ ਜਦ ਗੱਲਾ ਖੋਲ੍ਹਿਆ ਤਾਂ ਮੈਂ ਕੀ ਦੇਖਿਆ, ਹੈਰਾਨ ਹੋ ਗਿਆ ਕਿ ਮੇਰੇ ਗੱਲੇ ਦੇ ਵਿੱਚ 10,000 ਰੁਪਈਆ ਜਿਹੜਾ ਸੀਗਾ ਉਹ ਪਿਆ ਸੀਗਾ। ਕਹਿੰਦੇ ਇਹ ਦੇਖ ਕੇ ਮੈਂ ਹੈਰਾਨ ਰਹਿ ਗਿਆ ਕਿ ਇਹ ਜਿਹੜਾ 10,000 ਰੁਪਈਆ ਹੈਗਾ ਇਹ ਕਿਵੇਂ ਆ ਗਿਆ ਹੈਗਾ। ਫਿਰ ਮੇਰੇ ਮਨ ਦੇ ਵਿੱਚ ਇਹ ਆਇਆ ਕਿ ਮੇਰਾ ਲੜਕਾ ਜਿਹੜਾ ਨਿਰਦੋਸ਼ ਵਾ ਅਤੇ ਮੈਂ ਉਸ ਅੱਲਾ ਦੇ ਅੱਗੇ ਅਰਦਾਸ ਕਰਦਾ ਰਿਹਾ ਸੀ ਅਤੇ ਡਾਕਟਰ ਨੇ ਕਿਹਾ ਸੀ ਕਿ ਸਾਨੂੰ 10,000 ਰੁਪਈਆ ਤਾਂ ਚਾਹੀਦਾ ਤਾਂ ਤੇਰੇ ਲੜਕੇ ਦਾ ਇਲਾਜ ਹੋ ਸਕਦਾ। ਅਤੇ ਫਿਰ ਕਹਿਣ ਲੱਗੇ ਕਿ ਇਸ ਮੇਰੇ ਗੱਲੇ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਖੁਦਾ ਆਪ ਆਇਆ ਹੈਗਾ, ਜਿਸ ਨੇ ਆ ਕੇ ਇਸ ਦੁਕਾਨ ਦੇ ਵਿੱਚ ਚਾਹ ਪਾਣੀ ਸਾਰਾ ਸਮਾਨ ਵਰਤਿਆ ਅਤੇ ਉਹ ਜਾਣ ਲੱਗਾ 10,000 ਰੁਪਈਆ ਇਸ ਗੱਲੇ ਦੇ ਵਿੱਚ ਰੱਖ ਗਿਆ ਹੈਗਾ। ਜਦੋਂ ਮੁਸਲਮਾਨ ਨੇ ਇਹ ਗੱਲ ਜਿਹੜੀ ਸੀ ਉਹਨਾਂ ਕਮਾਂਡਰਾਂ ਨੂੰ ਜਵਾਨਾਂ ਨੂੰ ਦੱਸੀ, ਉਹ ਸਾਰੇ ਜਵਾਨ ਜਿਹੜੇ ਸੀ ਇੱਕ ਦੂਸਰੇ ਦੇ ਮੂੰਹ ਵੱਲ ਦੇਖਣ। ਕਮਾਂਡਰ ਵੀ ਸਮਝ ਗਿਆ ਕਿ ਅਸਲ ਦੇ ਵਿੱਚ ਗੱਲ ਇਹ ਸੀਗੀ ਕਿ ਅਸੀਂ ਚਾਹ ਪੀਤੀ ਸੀ, ਅਸੀਂ ਇਹਦੀ ਦੁਕਾਨ ਤੋੜੀ ਸੀ, ਅਸੀਂ 10,000 ਰੁਪਈਆ ਰੱਖਿਆ ਸੀਗਾ। ਪਰ ਇਹਦਾ ਵਿਸ਼ਵਾਸ ਦੇਖ ਲਓ ਕਿ ਇਸ ਨੇ ਉਸ ਅੱਲਾ ਦੇ ਅੱਗੇ, ਉਸ ਨਿਰੰਕਾਰ ਪਰਮੇਸ਼ਰ ਦੇ ਅੱਗੇ ਅਰਦਾਸ ਕੀਤੀ ਅਤੇ ਇਹਦੀ ਜਿਹੜੀ 10,000 ਰੁਪਈਏ ਦੀ ਜ਼ਰੂਰਤ ਸੀਗੀ ਉਹ ਪੂਰੀ ਪਰਮੇਸ਼ਰ ਨੇ ਕਰ ਦਿੱਤੀ। ਅਤੇ ਕਹਿੰਦੇ ਵੀ ਅਸੀਂ ਵੀ ਅਰਦਾਸ ਕੀਤੀ ਸੀਗੀ ਜਦੋਂ ਬਹੁਤ ਗਹਿਰੇ ਤੂਫਾਨ ਦੇ ਵਿੱਚ ਸਾਡੇ ਜਵਾਨਾਂ ਦੀ ਟੁਕੜੀ ਫਸ ਗਈ ਸੀਗੀ ਅਤੇ ਉਹ ਸਾਡੀ ਵੀ ਅਰਦਾਸ ਜਿਹੜੀ ਉਹ ਪਰਮੇਸ਼ਰ ਨੇ ਸੁਣੀ ਆ ਅਤੇ ਸਾਨੂੰ ਇਹਦੇ ਦੁਕਾਨ ਦਾ ਆਸਰਾ ਪ੍ਰਾਪਤ ਹੋ ਗਿਆ। ਅਤੇ ਇਸ ਮੁਸਲਮਾਨ ਜਿਹੜਾ ਦੁਕਾਨ ਦਾ ਮਾਲਕ ਹੈਗਾ ਇਸ ਨੂੰ 10,000 ਰੁਪਏ ਦੀ ਸਹਾਇਤਾ ਪ੍ਰਾਪਤ ਹੋ ਗਈ, ਜਿਸ ਸਹਾਇਤਾ ਲਈ ਡਾਕਟਰਾਂ ਨੇ ਜਿਹੜੀ ਸੀ ਇਸ ਨੂੰ ਮੁੱਢਲੀ ਅਪੀਲ ਕੀਤੀ ਸੀਗੀ। ਸੋ ਕਹਿਣ ਤੋਂ ਭਾਵ ਇਹ ਆ ਕਿ ਦੋਨੇ ਹੀ ਅਰਦਾਸਾਂ ਜਿਹੜੀਆਂ ਉਹ ਕਿਸੇ ਢੰਗ ਵਿਧੀ ਦੇ ਨਾਲ ਉਹ ਪੂਰੀਆਂ ਹੋਈਆਂ। ਇਸੇ ਕਰਕੇ ਕਹਿਣ ਦਾ ਭਾਵ ਇਹ ਆ ਕਿ ਜਿਨ੍ਹਾਂ ਦੇ ਅੰਦਰ ਨਾਮ ਦੀ ਕਮਾਈ ਹੈ, ਜਿਹੜੇ ਪਰਮੇਸ਼ਰ ਦੇ ਵਿੱਚ ਅਥਾਹ ਸ਼ਰਧਾ ਰੱਖਦੇ, ਅਥਾਹ ਯਕੀਨ ਰੱਖਦੇ ਆ, ਉਹਨਾਂ ਦੀ ਅਰਦਾਸ ਕਿਸੇ ਵੀ ਵਕਤ ਵਿੱਚ ਜਾਂ ਬੇਵਕਤ ਜਦ ਵੀ ਉਹਨਾਂ ਨੂੰ ਕੋਈ ਜ਼ਰੂਰਤ ਹੁੰਦੀ ਆ, ਵਾਹਿਗੁਰੂ ਜੀ ਪਹਿਲ ਦੇ ਆਧਾਰ 'ਤੇ ਸੁਣਦੇ ਆ। ਅਤੇ ਜਿਨ੍ਹਾਂ ਦੀ ਅਰਦਾਸ ਸੁਣਦੇ ਆ ਫਿਰ ਉਹ ਜਿਹੜੇ ਸ਼ਖਸ ਹੈਗੇ ਆ ਉਹ ਆਪਣੇ ਜੀਵਨ ਦੇ ਵਿੱਚ ਬੇਪਰਵਾਹ ਹੋ ਜਾਂਦੇ। ਇਸੇ ਕਰਕੇ ਗੁਰਬਾਣੀ ਕਹਿੰਦੀ ਹੈ ਕਿ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮਛੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ ਲਖਮੀ ਟੋਟ ਨਾ ਆਵੀ, ਖਾਏ ਖਰਚ ਰਹੰਦਾ, 184 ਮੇਦਨੀ ਸਭ ਸੇਵ ਕਰੰਦਾ, ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗੇ ਮੰਦਾ, ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ੰਦਾ, ਆਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਬਿੰਦਾ, ਸਭੇ ਕਾਜ ਸਵਾਰੀਏ ਜਾਂ ਤੁਧ ਪਾਬੰਦਾ, ਸਭੇ ਕਾਜ ਸਵਾਰੀਏ ਜਾਂ ਤੁਧ ਪਾਬੰਦਾ। ਸੋ ਦਾਸ ਇੰਨੇ ਹੀ ਬਚਨ ਕਰਦਾ ਹੋਇਆ ਖਿਮਾ ਦਾ ਜਾਚਕ ਹੈ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।